ਧੰਨ ਵਾਹਿਗੁਰੂ ਜੀਓ। ਜਲ ਹੈ ਸੂਤਕ, ਥਲ ਹੈ ਸੂਤਕ, ਸੂਤਕ ਓਪਤ ਹੋਈ। ਜਨਮੇ ਸੂਤਕ, ਮੂਏ ਫੁਨ ਸੂਤਕ, ਸੂਤਕ ਪਰਜ ਬਿਗੋਈ। ਕਹੋ ਰੇ ਪੰਡਿਆ ਕੌਣ ਪਵਿੱਤਾ, ਐਸਾ ਗਿਆਨ ਜਪਹੁ ਮੇਰੇ ਮੀਤਾ। ਰਹਾਉ ਨੈਨੋ ਸੂਤਕ, ਬੈਨੋ ਸੂਤਕ, ਸੂਤਕ ਸ਼੍ਰਵਣੀ ਹੋਈ। ਊਠਤ ਬੈਠਤ ਸੂਤਕ ਲਾਗੈ, ਸੂਤਕ ਪਰੈ ਰਸੋਈ। ਫਾਸਨ ਕੀ ਬਿਦ ਸਭ ਕੋ ਜਾਣੈ, ਛੂਟਨ ਕੀ ਇਕ ਕੋਈ। ਕਹਿ ਕਬੀਰ ਰਾਮ ਹਿਰਦੈ ਵਿਚਾਰੈ, ਸੂਤਕ ਤਿਨੈ ਨਾ ਹੋਈ। ਫਾਸਨ ਕੀ ਬਿਦ ਸਭ ਕੋ ਜਾਣੈ, ਛੂਟਨ ਕੀ ਇਕ ਕੋਈ। ਕਹਿ ਕਬੀਰ ਰਾਮ ਹਿਰਦੈ ਵਿਚਾਰੈ, ਸੂਤਕ ਤਿਨੈ ਨਾ ਹੋਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਦੀਨ ਦੁਨੀ ਦੇ ਮਾਲਕ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕਿਰਪਾ ਕੀਤੀ ਹੈ। ਸਤਿਗੁਰੂ ਮਹਾਰਾਜ ਦੇ ਪਾਵਨ ਹਜ਼ੂਰ ਸੱਜ ਕੇ ਗੁਰੂ ਮਹਾਰਾਜ ਦੀ ਅੰਮ੍ਰਿਤਮਈ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਆਪ ਜੀ ਨੇ ਬੜੇ ਪ੍ਰੇਮ ਸਤਿਕਾਰ ਇਕਾਗਰਤਾ ਸਹਿਤ ਸ਼ਰਵਣ ਕੀਤੇ ਹਨ। ਗੁਰੂ ਪਾਤਸ਼ਾਹ ਜੀ ਦੀ ਅੰਮ੍ਰਿਤਮਈ ਬਾਣੀ ਵਿੱਚੋਂ ਭਗਤ ਕਬੀਰ ਜੀ ਮਹਾਰਾਜ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਬਦ ਰਾਗ ਗੌੜੀ ਦੇ ਵਿੱਚੋਂ ਆਪਾਂ ਰੋਜ਼ਾਨਾ ਦੇ ਇਹਨਾਂ ਦੀਵਾਨਾਂ ਵਿੱਚ ਵਿਚਾਰਨ ਦਾ ਯਤਨ ਕਰ ਰਹੇ ਹਾਂ। ਇਸੇ ਹੀ ਲੜੀ ਤਹਿਤ ਆਪ ਜੀ ਨੇ ਹੁਣੇ ਹੀ ਜਿਸ ਪਾਵਨ ਸ਼ਬਦ ਦਾ ਪਾਠ ਸੁਣਿਆ ਹੈ, ਗੁਰੂ ਗ੍ਰੰਥ ਸਾਹਿਬ ਜੀ ਦੇ ਅੰਕ ਨੰਬਰ 331 ਉੱਪਰ ਇਹ ਪਾਵਨ ਸ਼ਬਦ ਕਬੀਰ ਜੀ ਦਾ ਗੌੜੀ ਰਾਗ ਦੇ ਵਿੱਚ ਸੁਭਾਇਮਾਨ ਹੈ। ਬਹੁਤ ਸਾਰੇ ਐਸੇ ਅੰਧ ਵਿਸ਼ਵਾਸ ਭਰਮ ਪ੍ਰਚਲਿਤ ਹਨ, ਜਿਨ੍ਹਾਂ ਸਦਕਾ ਮਨੁੱਖ ਦਾ ਮਨ ਵਹਿਮਾਂ ਵਿੱਚ ਹਮੇਸ਼ਾ ਵਾਸਤੇ ਘਿਰਿਆ ਰਹਿੰਦਾ ਹੈ। ਪੀੜ੍ਹੀ ਦਰ ਪੀੜ੍ਹੀ ਅਜਿਹੇ ਭਰਮ ਅਤੇ ਵਹਿਮ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦਾ ਅੰਗ ਬਣਦੇ ਹਨ ਅਤੇ ਅਸੀਂ ਇਹਨਾਂ ਦਾ ਭਾਰ ਚੁੱਕ ਕੇ ਹਮੇਸ਼ਾ ਵਾਸਤੇ ਇਹਨਾਂ ਦੇ ਬੋਝ ਥੱਲੇ ਦੱਬੇ ਤੁਰੇ ਆਉਂਦੇ ਹਾਂ। ਕੁਝ ਐਸੇ ਵਹਿਮ ਅਤੇ ਭਰਮ ਹਨ
ਜਿਹੜੇ ਸਮਾਜ ਨੂੰ ਤੇ ਮਨੁੱਖ ਦੇ ਜੀਵਨ ਨੂੰ ਬੜੀ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਕਰਦੇ ਨੇ। ਉਹਨਾਂ ਦਾ ਬੜਾ ਤਕੜਾ ਪ੍ਰਭਾਵ ਮਨੁੱਖ ਦੇ ਮਨ ਉੱਤੇ ਤੇ ਸਮੁੱਚੇ ਸਮਾਜ ਦੇ ਉੱਤੇ ਲਗਾਤਾਰ ਬਣਿਆ ਰਹਿੰਦਾ ਹੈ। ਦੁਨੀਆ ਦੇ ਵੱਖ-ਵੱਖ ਪ੍ਰਾਂਤਾਂ ਦੇ ਵਿੱਚ, ਵੱਖ-ਵੱਖ ਥਾਵਾਂ ਉੱਤੇ, ਵੱਖ-ਵੱਖ ਮਤਾਂ ਮਤਾਂਦਰਾਂ ਵਿੱਚ ਆਪਣੀ ਆਪਣੀ ਕਿਸਮ ਦੇ ਵਹਿਮ ਅਤੇ ਭਰਮ ਪ੍ਰਚਲਿਤ ਨੇ। ਇੱਕ ਜਗ੍ਹਾ ਤੇ ਜਿਹੜੀ ਚੀਜ਼ ਕਿਸੇ ਲਈ ਵਹਿਮ ਹੈ, ਦੂਜੇ ਲਈ ਉਹ ਲੋਕ ਉਸ ਨੂੰ ਚੰਗਾ, ਉਸ ਚੀਜ਼ ਨੂੰ ਸ਼ੁਭ ਸ਼ਗਨ ਮੰਨਦੇ। ਜਿਹੜੀ ਚੀਜ਼ ਕਿਸੇ ਲਈ ਬੜੀ ਸ਼ੁਭ ਹੈ, ਉਹ ਦੂਜੇ ਮਨੁੱਖ ਵਾਸਤੇ ਵਹਿਮ ਅਤੇ ਭਰਮ ਹੋ ਸਕਦੀ ਹੈ। ਇਵੇਂ ਵੱਖਰੇ ਵੱਖਰੇ ਰਿਵਾਜ਼ਾਂ ਦੇ ਵਿੱਚ ਵੱਖਰੀਆਂ ਵੱਖਰੀਆਂ ਵਿਚਾਰਾਂ ਹਨ, ਔਰ ਲੋਕਾਂ ਦੀ ਉਹਨਾਂ ਦੇ ਪ੍ਰਤੀ ਵੱਖਰੀ ਵੱਖਰੀ ਮਾਨਸਿਕਤਾ ਹੈ। ਰੱਬ ਦੇ ਰਾਹ ਤੇ ਤੁਰਨ ਵਾਲੇ ਪਰਮੇਸ਼ਰ ਦੇ ਪਿਆਰਿਆਂ ਨੇ ਆਪਣੇ ਆਲੇ ਦੁਆਲੇ ਨੂੰ ਉਹਨਾਂ ਤਮਾਮ ਕਿਸਮ ਦੇ ਭਰਮਾਂ ਵਿੱਚੋਂ ਬਾਹਰ ਨਿਕਲਣ ਦੀ ਪ੍ਰੇਰਣਾ ਕਰਦਿਆਂ ਹੋਇਆਂ ਸੱਚ ਆਧਾਰਿਤ ਜੀਵਨ ਜਿਉਣ ਦੀ ਪ੍ਰੇਰਣਾ ਕੀਤੀ ਹੈ, ਉਪਦੇਸ਼ ਦਿੱਤਾ ਹੈ। ਸੱਚ ਸਭਨਾ ਹੋਏ ਦਾਰੂ, ਪਾਪ ਕੱਢੈ ਧੋਏ, ਨਾਨਕ ਵਖਾਣੈ ਬੇਨਤੀ ਜਿਨ ਸੱਚ ਪੱਲੇ। ਭਾਰਤ ਦੀ ਧਰਤੀ ਉੱਤੇ ਵਿਪਰਵਾਦ ਦੁਆਰਾ ਫੈਲਾਏ ਗਏ ਅੰਧ ਵਿਸ਼ਵਾਸ, ਵਹਿਮ ਭਰਮਾਂ ਦੀ ਤਾਂ ਕੋਈ ਕਮੀ ਹੀ ਨਹੀਂ। ਉਹਨਾਂ ਵਿੱਚੋਂ ਇੱਕ ਹੈ ਸੂਤਕ ਪਾਤਕ ਦਾ ਭਰਮ। ਸੂਤਕ ਦਾ ਅਰਥ ਹੈ ਜਿਸ ਘਰ ਵਿੱਚ ਕਿਸੇ ਜੀਵ ਦਾ ਜਨਮ ਹੋਇਆ ਹੈ, ਉਸ ਨੂੰ ਅਪਵਿੱਤਰਤਾ ਦਾ ਦਰਜਾ ਦਿੱਤਾ ਜਾਂਦਾ ਹੈ ਵੀ ਕੁਝ ਦਿਨ ਉਸ ਪਰਿਵਾਰ, ਉਸ ਘਰ ਵਿੱਚ ਅਪਵਿੱਤਰਤਾ ਰਹਿੰਦੀ ਹੈ। ਇਸੇ ਤਰ੍ਹਾਂ ਕੋਈ ਪ੍ਰਾਣੀ ਜਦੋਂ ਚੜ੍ਹਾਈ ਕਰ ਜਾਂਦਾ ਹੈ ਤੇ ਕੁਝ ਦਿਨ ਉਸ ਪਰਿਵਾਰ ਵਿੱਚ ਉਸ ਪ੍ਰਾਣੀ ਦੇ ਚੜ੍ਹਾਈ ਕਰ ਜਾਣ ਉੱਤੇ ਅਪਵਿੱਤਰਤਾ ਰਹਿੰਦੀ ਹੈ। ਹੁਣ ਤੁਸੀਂ ਹੈਰਾਨ ਹੋਵੋਗੇ ਕਿ ਜੇ ਮਸਲਾ ਇਕੱਲਾ ਪਵਿੱਤਰਤਾ ਦਾ ਹੁੰਦਾ ਤਾਂ ਵੀ ਕੁਝ ਹੱਦ ਤੱਕ ਇਸ ਚੀਜ਼ ਨੂੰ ਜਸਟੀਫਾਈ ਕੁਝ ਲੋਕ ਜਿਵੇਂ ਕਰਦੇ ਨੇ, ਹੋਰ ਵੀ ਕਰ ਲੈਂਦੇ ਕਿ ਆਹ ਰੀਜ਼ਨ ਹੈ, ਆਹ ਰੀਜ਼ਨ ਹੈ, ਆਹ ਕਾਰਨ ਹੈ, ਆਹ ਕਾਰਨ ਹੈ। ਪਰ ਸ਼ਾਸਤਰਾਂ ਵਿੱਚ ਲਿਖਿਆ ਹੈ, ਭਾਰਤੀ ਗ੍ਰੰਥਾਂ ਵਿੱਚ ਲਿਖਿਆ ਹੈ ਵੀ ਬ੍ਰਾਹਮਣ ਦੇ ਘਰ ਵਿੱਚ ਜਦੋਂ ਬੱਚੇ ਦਾ ਜਨਮ ਹੁੰਦਾ ਹੈ ਤੇ ਉੱਥੇ ਅਪਵਿੱਤਰਤਾ 11 ਦਿਨ ਰਹਿੰਦੀ ਹੈ। 11 ਦਿਨ ਉਹ ਘਰ ਅਪਵਿੱਤਰ ਰਹਿੰਦਾ ਹੈ। ਜਦੋਂ ਖੱਤਰੀ ਦੇ ਘਰ ਵਿੱਚ ਕਿਸੇ ਬੱਚੇ ਦਾ, ਬਾਲਕ ਦਾ ਜਨਮ ਹੁੰਦਾ ਹੈ ਤਾਂ ਉਹ ਘਰ 13 ਦਿਨ ਤੱਕ ਅਪਵਿੱਤਰ ਰਹਿੰਦਾ ਹੈ। ਜਿਸ ਵੇਲੇ ਵੈਸ਼ ਦੇ ਘਰ ਵਿੱਚ ਬੱਚੇ ਦਾ, ਬਾਲਕ ਦਾ ਜਨਮ ਹੁੰਦਾ ਹੈ ਤੇ ਉਹ ਘਰ 17 ਦਿਨ ਤੱਕ ਅਪਵਿੱਤਰ ਰਹਿੰਦਾ ਹੈ, ਤੇ ਸ਼ੂਦਰ ਦਾ ਘਰ ਜਿਹੜਾ ਉਹ 30 ਦਿਨ ਤੱਕ ਅਪਵਿੱਤਰ ਰਹਿੰਦਾ ਹੈ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਇਹ ਪਵਿੱਤਰਤਾ ਵੀ ਜਿਹੜੀ ਹੈ ਉਹ ਵੀ ਵਰਨ ਅਤੇ ਬਰਾਦਰੀ ਵੇਖ ਕੇ ਵੱਧਦੀ ਘਟਦੀ ਰਹਿੰਦੀ ਹੈ। ਕਿਸੇ ਜਗ੍ਹਾ ਤੇ ਪਵਿੱਤਰਤਾ ਥੋੜੇ ਦਿਨ ਹੈ, ਕਿਸੇ ਜਗ੍ਹਾ ਤੇ ਜ਼ਿਆਦਾ ਦਿਨ ਹੈ। ਇਸੇ ਤਰ੍ਹਾਂ ਹੀ ਕਿਸੇ ਪ੍ਰਾਣੀ ਦੇ ਚੜ੍ਹਾਈ ਕਰ ਜਾਣ ਦੇ ਉੱਤੇ ਬ੍ਰਾਹਮਣ ਦੇ ਘਰ ਵਿੱਚ ਭਾਰਤੀ ਗ੍ਰੰਥ ਕਹਿੰਦੇ ਨੇ 10 ਦਿਨ ਅਪਵਿੱਤਰਤਾ ਰਹਿੰਦੀ ਹੈ, ਵੈਸ਼ ਦੇ ਘਰ ਵਿੱਚ 12 ਦਿਨ ਰਹਿੰਦੀ ਹੈ, ਔਰ ਖੱਤਰੀ ਦੇ ਘਰ ਵਿੱਚ 12 ਦਿਨ, ਵੈਸ਼ ਦੇ ਘਰ 'ਚ 15 ਦਿਨ ਤੇ ਸ਼ੂਦਰ ਦੇ ਫਿਰ 30 ਦਿਨ। ਸੋ ਇਸ ਕਿਸਮ ਦੀਆਂ ਜਿਹੜੀਆਂ ਮਨੌਤਾਂ ਨੇ, ਇਸ ਕਿਸਮ ਦੇ ਜਿਹੜੇ ਅੰਧ ਵਿਸ਼ਵਾਸ ਨੇ ਉਹ ਪ੍ਰਚਲਿਤ ਸਨ। ਭਗਤ ਕਬੀਰ ਜੀ ਮਹਾਰਾਜ ਵਰਗੇ ਸੂਰਮੇ ਮਰਦ ਆਦਮੀ, ਪਰਮੇਸ਼ਰ ਦੇ ਪਿਆਰੇ, ਰੱਬੀ ਇਬਾਦਤ ਵਾਲੇ, ਜਿਨ੍ਹਾਂ ਨੇ ਹਰ ਪ੍ਰਕਾਰ ਦੇ ਭਰਮ ਦਾ, ਵਹਿਮ ਦਾ ਖੰਡਨ ਕੀਤਾ ਹੈ ਅਤੇ ਲੋਕਾਈ ਨੂੰ ਸਮਝਾਇਆ ਹੈ ਕਿ ਉਹ ਸੱਚ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਕੇ ਧਰਮ ਦੀ ਕਮਾਈ ਕਰਨ, ਸੱਚ ਨੂੰ ਫੋਲੋ ਕਰਨ, ਸੱਚ ਨੂੰ ਅਡਾਪਟ ਕਰਨ, ਵਾਹਿਗੁਰੂ ਪਰਮੇਸ਼ਰ ਦੇ ਹੁਕਮ ਤੇ ਰਜ਼ਾ ਨੂੰ ਮੰਨਣ ਦਾ ਯਤਨ ਕਰਨ ਅਤੇ ਇਵੇਂ ਭੇਦਭਾਵ ਵਾਲੀ ਮਨੋ ਅਵਸਥਾ ਨੂੰ ਤਿਆਗ ਦੇਣ। ਧੰਨ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਜਿਸ ਵੇਲੇ ਆਪਾਂ ਬਾਣੀ ਪੜ੍ਹਦੇ ਹਾਂ, ਸਵੇਰ ਵੇਲੇ ਕੀਰਤਨ ਵੀ ਹੁੰਦਾ ਹੈ। ਆਸਾ ਕੀ ਵਾਰ ਦੀ ਪਾਵਨ ਬਾਣੀ, ਜੇਕਰ ਸੂਤਕ ਮੰਨੀਐ ਸਭ ਤੈ ਸੂਤਕ ਹੋਏ,
ਗੂਹੇ ਅਤੇ ਲੱਕੜੀ ਅੰਦਰ ਕੀੜਾ ਹੋਏ, ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ। ਪਹਿਲਾ ਪਾਣੀ ਜੀਓ ਹੈ, ਜਿਤ ਹਰਿਆ ਸਭ ਕੋਏ। ਸੂਤਕ ਕਿਉਂ ਕਰ ਰਖੀਐ, ਸੂਤਕ ਪਵੈ ਰਸੋਈ। ਸਤਿਗੁਰੂ ਮਹਾਰਾਜ ਆਖਦੇ ਨੇ ਕਿਹੜੀ ਚੀਜ਼ ਹੈ ਜਿੱਥੇ ਨਿਰੰਤਰ ਜੰਮਣ ਤੇ ਮਰਨ ਦਾ ਚੱਕਰ ਨਹੀਂ ਚੱਲ ਰਿਹਾ। ਇੱਕ ਛੋਟੀ ਜਿਹੀ ਉਦਾਹਰਨ ਦੇਣਾ, ਮਨੁੱਖੀ ਸਰੀਰ ਹੈ ਨਾ ਸਾਡਾ, ਮੈਡੀਕਲ ਸਾਇੰਸ ਕਹਿੰਦੀ ਹੈ ਵੀ ਬਾਰ-ਬਾਰ ਸਾਡੇ ਸਰੀਰ ਵਿੱਚ ਜਿਹੜੇ ਬਲੱਡ ਦੇ ਸੈੱਲ ਨੇ, ਚਮੜੀ ਦੇ ਸੈੱਲ ਨੇ, ਹੋਰ ਬਹੁਤ ਸਾਰੇ ਸੈੱਲਾਂ ਦਾ ਹੀ ਸਾਡਾ ਸਰੀਰ ਬਣਿਆ ਹੋਇਆ, ਉਹ ਲਗਾਤਾਰ ਟੁੱਟਦੇ, ਭੱਜਦੇ, ਖਤਮ ਹੁੰਦੇ ਤੇ ਨਵੇਂ ਪੈਦਾ ਹੁੰਦੇ ਰਹਿੰਦੇ। ਆਪਾਂ ਉਦਾਹਰਣ ਬਲੱਡ ਦੀ ਲੈ ਲਈਏ, ਖੂਨ ਦੀ। ਖੂਨ ਵਿੱਚ ਕਹਿੰਦੇ ਨੇ ਲਗਾਤਾਰ ਸੈੱਲ ਟੁੱਟਦੇ, ਖਤਮ ਹੁੰਦੇ ਤੇ ਨਵੇਂ ਬਣਦੇ ਰਹਿੰਦੇ। ਹੁਣ ਸੂਤਕ ਪਾਤਕ ਤੇ ਸਾਡੇ ਖੂਨ ਵਿੱਚ ਹੀ ਲਗਾਤਾਰ ਚੱਲ ਰਿਹਾ। ਇੰਨੀਆਂ ਸੂਖਮ ਚੀਜ਼ਾਂ ਸਾਡੇ ਅੰਦਰ ਹੀ ਮਰ ਵੀ ਰਹੀਆਂ ਨੇ ਤੇ ਪੈਦਾ ਵੀ ਹੋ ਰਹੀਆਂ ਨੇ। ਪਾਣੀ ਦੇ ਵਿੱਚ ਵੀ ਕਿੰਨੇ ਜੀਵ ਮਰਦੇ ਨੇ, ਕਿੰਨੇ ਜੀਵ ਪੈਦਾ ਹੁੰਦੇ ਨੇ। ਹਵਾ ਵਿੱਚ ਕਿੰਨੇ ਜੀਵ ਮਰ ਰਹੇ ਨੇ, ਕਿੰਨੇ ਜੀਵ ਅੱਖ ਦੇ ਫੋਰ ਵਿੱਚ ਪੈਦਾ ਹੋ ਰਹੇ ਨੇ। ਧਰਤੀ ਦੇ ਉੱਤੇ ਤੁਰਿਆ ਪਤਾ ਨਹੀਂ ਕਿੰਨੇ ਜੀਵ ਸਾਡੇ ਪੈਰਾਂ ਥੱਲੇ ਆ ਜਾਂਦੇ ਨੇ, ਕਿੰਨੇ ਜੀਵ ਮਰ ਜਾਂਦੇ ਨੇ, ਕਿੰਨੇ ਜੀਵਾਂ ਦੀ ਉਤਪਤੀ ਹੋ ਜਾਂਦੀ ਹੈ। ਯਾਨੀ ਕਿ ਜੰਮਣ ਤੇ ਮਰਨ ਦਾ ਇਹ ਸਿਲਸਿਲਾ ਜਿਹੜਾ ਹੈ ਨਿਰੰਤਰ ਸਾਰੀ ਕੁਦਰਤ ਤੇ ਕਾਇਨਾਤ ਦੇ ਵਿੱਚ ਸਾਡੇ ਸਰੀਰ ਤੋਂ ਲੈ ਕੇ ਬਾਹਰ ਤੱਕ ਹਰ ਜਗ੍ਹਾ ਦੇ ਉੱਤੇ ਵਿਆਪਕ ਹੀ ਵਿਆਪਕ ਹੈ। ਜੇ ਸੂਤਕ ਤੇ ਪਾਤਕ ਦੀ ਅਪਵਿੱਤਰਤਾ ਨੂੰ ਮੰਨੀਏ ਤੇ ਸੁੱਚੀ ਜਗ੍ਹਾ ਕਿਹੜੀ ਹੈ, ਸੁੱਚਾ ਥਾਂ ਕਿਹੜਾ ਹੈ, ਪਵਿੱਤਰ ਥਾਂ ਕਿਹੜੀ ਹੈ, ਪਵਿੱਤਰ ਜਗ੍ਹਾ ਕਿਹੜੀ ਹੈ। ਇਸ ਹਿਸਾਬ ਨਾਲ ਤਾਂ ਕੁਝ ਵੀ ਪਵਿੱਤਰ ਨਾ ਹੋਇਆ ਸੰਸਾਰ ਦੇ ਅੰਦਰ। ਸਾਰਾ ਕੁਝ ਅਪਵਿੱਤਰ ਹੀ ਅਪਵਿੱਤਰ ਹੋਇਆ। ਜੇ ਜਨਮ ਦੇ ਉੱਤੇ ਪਵਿੱਤਰਤਾ ਹੈ, ਮਰਨ ਦੇ ਉੱਤੇ ਪਵਿੱਤਰਤਾ ਹੈ, ਤਾਂ ਜੰਮਣਾ ਤੇ ਮਰਨਾ ਕਿੱਥੇ ਨਹੀਂ ਹੋ ਰਿਹਾ। ਸਾਡੇ ਸਰੀਰ ਤੋਂ ਲੈ ਕੇ ਹਰ ਚੀਜ਼ ਵਿੱਚ ਜੰਮਣ ਮਰਨ ਦਾ ਪਸਾਰਾ ਪਸਰਿਆ ਹੋਇਆ। ਇਸ ਲਈ ਮਹਾਰਾਜ ਨੇ ਕਿਹਾ ਜੇਕਰ ਸੂਤਕ ਮੰਨੀ ਹੈ, ਜੇ ਮੰਨਣਾ ਹੈ ਤਾਂ ਸਭ ਤੈ ਸੂਤਕ ਹੋਏ। ਤੇ ਹਰ ਜਗ੍ਹਾ ਹੀ ਜੇ ਅਪਵਿੱਤਰਤਾ ਮੰਨਣੀ ਹੈ ਜੀਵ ਦੇ ਜੰਮਣ ਮਰਨ ਉੱਤੇ, ਤੇ ਹਰ ਜਗ੍ਹਾ ਹੀ ਅਪਵਿੱਤਰਤਾ ਹੈ। ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ। ਪੁਰਾਣੇ ਸਮੇਂ ਲੋਕ ਲੱਕੜੀਆਂ ਬਾਲਦੇ ਸਨ, ਲੱਕੜਾਂ ਨਾਲ ਹਵਨ ਵੀ ਕਰਦੇ ਸਨ, ਗੋਹੇ ਬਾਲਦੇ ਸਨ ਭੋਜਨ ਪਦਾਰਥ ਤਿਆਰ ਕਰਨ ਵਾਸਤੇ। ਉਹਨਾਂ ਅੰਦਰ ਵੀ ਕੀੜੇ, ਉਹਨਾਂ ਅੰਦਰ ਵੀ ਕਈ ਵਾਰ ਨਿੱਕੇ ਨਿੱਕੇ ਸੂਖਮ ਜੀਵ ਪੈਦਾ ਹੋ ਜਾਂਦੇ ਸਨ ਜਿਹੜੇ ਦਿਖਾਈ ਵੀ ਨਹੀਂ ਸਨ ਦਿੰਦੇ। ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ। ਜਿਤਨਾ ਵੀ ਅਨਾਜ ਹੈ, ਅੰਨ ਹੈ, ਕਿ ਉਹ ਜੀਵਾਂ ਤੋਂ ਬਿਨਾਂ ਤਸੱਵਰ ਕੀਤਾ ਜਾ ਸਕਦਾ ਕਿ ਉਹਨਾਂ ਵਿੱਚ ਸੂਖਮ ਤੋਂ ਸੂਖਮ ਜੀਵ ਨਹੀਂ ਹਨ, ਬੈਕਟੀਰੀਆ ਆਦਿਕ। ਮਹਾਰਾਜ ਕਹਿੰਦੇ ਨੇ ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ। ਪਹਿਲਾ ਪਾਣੀ ਜੀਵ ਹੈ। ਪਾਣੀ ਵੀ ਜੀਵਤ ਚੀਜ਼ ਹੈ, ਇਹਦੇ ਵਿੱਚ ਵੀ ਸੂਖਮ ਤਰ ਕਈ ਤਰ੍ਹਾਂ ਦੇ ਜੀਵ ਪੈਦਾ ਹੁੰਦੇ, ਮਰਦੇ, ਜੰਮਦੇ, ਲਗਾਤਾਰ ਇਹ ਸਿਲਸਿਲਾ ਬਣਿਆ ਰਹਿੰਦਾ। ਉਹ ਪਾਣੀ ਅਸੀਂ ਛਕਦੇ, ਪੀਂਦੇ ਹਾਂ, ਵਰਤਦੇ ਹਾਂ, ਫਿਰ ਤਾਂ ਪਾਣੀ ਪਵਿੱਤਰ ਹੋਇਆ। ਤੇ ਪਾਣੀ ਨੂੰ ਤਿਆਗ ਕੇ ਕੌਣ ਜੀ ਸਕਦਾ ਇਸ ਸੰਸਾਰ ਦੇ ਅੰਦਰ? ਪਾਣੀ ਦੇ ਤਿਆਗ ਨਾਲ ਕੌਣ ਮਨੁੱਖ ਹੈ ਜਿਹੜਾ ਜੀ ਸਕਦਾ? ਜੇ ਧਰਿਆ ਸਭ ਕੋਈ। ਪਾਣੀ ਖੁਦ ਜੀਵਤ ਚੀਜ਼ ਹੈ, ਤਾਂ ਹੀ ਤਾਂ ਫਸਲਾਂ ਨੂੰ, ਬਨਸਪਤੀ ਨੂੰ ਹਰਿਆ ਕਰ ਦਿੰਦਾ ਹੈ। ਸਤਿਗੁਰੂ ਨੇ ਸਮਝਾਇਆ, ਮਹਾਰਾਜ ਕਹਿੰਦੇ ਅਪਵਿੱਤਰਤਾ ਦਰਅਸਲ ਸਾਡੀ ਸੁਰਤ, ਮਨ, ਹਿਰਦੇ ਦੇ ਵਿੱਚ ਹੈ। ਉਹ ਹੈ ਵਿਸ਼ੇ ਵਿਕਾਰਾਂ ਦੀ। ਨਾਨਕ ਸੂਤਕ ਏਵ ਨਾ ਉਤਰੈ, ਗਿਆਨ ਉਤਾਰੈ ਤੋਏ। ਅਸਲ ਪਵਿੱਤਰਤਾ ਸਾਡੇ ਅੰਦਰ ਭਰਮ ਹੈ, ਵਹਿਮ ਹੈ, ਅੰਧ ਵਿਸ਼ਵਾਸ ਹੈ। ਉਸ ਨੂੰ ਉਤਾਰਨ ਦਾ ਯਤਨ ਕਰੀਏ ਤੇ ਉਹ ਕਾਹਦੇ ਨਾਲ ਉਤਰੇਗੀ? ਵਾਹਿਗੁਰੂ ਦੇ ਹੁਕਮ ਵਿੱਚ ਚੱਲਦੇ ਹਾਂ, ਗੁਰੂ ਗਿਆਨ ਨਾਲ, ਸਤਿਗੁਰੂ ਦੀ ਮੱਤ ਨਾਲ, ਸਤਿਗੁਰੂ ਦੇ ਉਪਦੇਸ਼ ਨਾਲ। ਜਦੋਂ ਸਤਿਗੁਰੂ ਦੇ ਉਪਦੇਸ਼ ਨੂੰ ਅਸੀਂ ਮਨ ਵਿੱਚ ਵਸਾਉਂਦੇ ਹਾਂ ਤਾਂ ਸਾਡੇ ਅੰਦਰ ਦੀ ਅਪਵਿੱਤਰਤਾ, ਪਲੀਤਪੁਣਾ, ਅੰਦਰ ਦੀ ਮੈਲ ਦੂਰ ਹੋ ਜਾਂਦੀ ਹੈ। ਮਨ ਸਾਫ਼, ਪਾਕ ਤੇ ਪਵਿੱਤਰ ਹੋ ਜਾਂਦਾ। ਤੋ ਪਾਤਸ਼ਾਹ ਜੀ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਇੱਕ ਪਾਸੇ ਗੁਰੂ ਨਾਨਕ ਸਾਹਿਬ ਦੇ ਸ਼ਲੋਕ ਨੇ, ਦੂਜੇ ਪਾਸੇ ਭਗਤ ਕਬੀਰ ਜੀ ਦਾ ਇਹ ਸ਼ਬਦ ਹੈ। ਫਰਮਾਉਂਦੇ ਨੇ ਜਲ ਹੈ ਸੂਤਕ। ਤੇ ਰਹਾਉ ਦੇ ਬੰਦ ਵਿੱਚ ਉਹਨਾਂ ਨੇ ਸਭ ਤੋਂ ਪਹਿਲੀ ਗੱਲ ਕੀ ਕਹਿੰਦੇ? ਕਹੋ ਰੇ ਪੰਡੀਆ। ਪੰਡੀਆ ਦਾ ਮਤਲਬ ਹੈ ਪ੍ਰੋਹਤ, ਪੁਜਾਰੀ,
ਉਹ ਵਿਅਕਤੀ ਜਿਹੜਾ ਧਰਮ ਸ਼ਾਸਤਰਾਂ ਦੇ ਇਸ ਵਹਿਮ ਭਰਮ ਦੇ ਕਨਸੈਪਟ ਨੂੰ ਲੋਕਾਂ ਨੂੰ ਪੜ੍ਹਾਉਂਦਾ, ਸਿਖਾਉਂਦਾ ਤੇ ਦੱਸਦਾ। ਆਖਦੇ ਪੰਡਤ ਜੀ ਦੱਸੋ ਕੌਣ ਪਵਿੱਤਾ, ਕਿਹੜੀ ਥਾਂ ਪਵਿੱਤਰ ਹੈ, ਕਿਹੜੀ ਜਗ੍ਹਾ ਸੁੱਚੀ ਹੈ? ਤੁਹਾਡੇ ਹਿਸਾਬ ਨਾਲ ਉਹ ਕਿਹੜੀ ਜਗ੍ਹਾ ਹੈ ਜਿੱਥੇ ਜੰਮਣ ਅਤੇ ਮਰਨ ਦਾ ਸਿਲਸਿਲਾ ਨਹੀਂ ਚੱਲ ਰਿਹਾ ਤੇ ਉਸ ਜਗ੍ਹਾ ਨੂੰ ਆਪਾਂ ਪਵਿੱਤਰ ਮੰਨ ਲਈਏ? ਦੱਸ ਪਾਓ ਉਸ ਜਗ੍ਹਾ ਤੇ ਉਹ ਕਿਹੜੀ ਥਾਂ ਹੈ, ਕਿਹੜੀ ਚੀਜ਼ ਹੈ ਜਿਹਦੇ ਵਿੱਚ ਟੁੱਟ ਭੱਜ, ਪੈਦਾਇਸ਼ ਅਤੇ ਖਾਤਮਾ ਨਹੀਂ ਚੱਲ ਰਿਹਾ। ਕਹੋ ਰੇ ਪੰਡਿਆ ਕੌਣ ਪਵਿੱਤਾ, ਐਸਾ ਗਿਆਨ ਜਪੋ ਮੇਰੇ ਮੀਤਾ, ਹੈ ਮੇਰੇ ਮਿੱਤਰ ਭਾਈ। ਐਸਾ ਉਪਦੇਸ਼, ਐਸਾ ਗਿਆਨ, ਐਸੀ ਵਿਚਾਰ ਦ੍ਰਿੜ ਕਰ ਆਪਣੇ ਮਨ ਅੰਦਰ ਤੇ ਸਮਝ ਵੀ ਕੋਈ ਐਸੀ ਥਾਂ ਨਹੀਂ ਜਿੱਥੇ ਜੰਮਣ ਅਤੇ ਮਰਨ ਦਾ ਸਿਲਸਿਲਾ ਟੁੱਟ ਭੱਜ ਨਹੀਂ, ਜਿੱਥੇ ਤੇਰੇ ਹਿਸਾਬ ਦੀ ਪਵਿੱਤਰਤਾ ਹੋਵੇ, ਐਸੀ ਕੋਈ ਜਗ੍ਹਾ ਨਹੀਂ ਹੈ। ਇਸ ਉਪਦੇਸ਼ ਨੂੰ, ਇਸ ਵਿਚਾਰ ਨੂੰ, ਇਸ ਗਿਆਨ ਨੂੰ ਆਪਣੇ ਅੰਦਰ ਦ੍ਰਿੜ ਕਰ, ਕਿਉਂਕਿ ਵਿਚਾਰ ਹੀ ਤਾਂ ਹੈ ਜਿਹੜਾ ਮਨੁੱਖ ਦੇ ਅੰਦਰ ਦੇ ਭਰਮਾਂ, ਵਹਿਮਾਂ ਨੂੰ, ਅੰਧ ਵਿਸ਼ਵਾਸਾਂ ਨੂੰ ਤੋੜ ਸਕਦਾ ਹੈ। ਅਸੀਂ ਮਹਾਰਾਜ ਦੀ ਬਾਣੀ ਨੂੰ ਸੁਣਦੇ ਹਾਂ, ਪਰ ਜੇ ਉਹਦੀ ਵਿਚਾਰ ਆਪਣੇ ਮਨ ਨਾਲ ਨਹੀਂ ਕਰਦੇ, ਮਨ ਅੰਦਰ ਜਿਹੜੇ ਭਰਮ ਨੇ, ਮਨ ਅੰਦਰ ਜਿਹੜੇ ਅੰਧ ਵਿਸ਼ਵਾਸ ਨੇ, ਮਨ ਅੰਦਰ ਜਿਹੜੇ ਵਹਿਮ ਨੇ, ਜੇ ਸਤਿਗੁਰੂ ਦੀ ਬਾਣੀ ਨੂੰ ਬਰਾਬਰ ਰੱਖ ਕੇ, ਗੁਰੂ ਉਪਦੇਸ਼ ਨੂੰ ਸੁਣ ਕੇ, ਪੜ੍ਹ ਕੇ, ਗਾ ਕੇ, ਵਿਚਾਰ ਕੇ, ਉਹਨਾਂ ਨੂੰ ਜੇ ਅਸੀਂ ਆਪਣੇ ਮਨ 'ਚ ਨਹੀਂ ਸੋਚਦੇ ਵੀ ਇਹ ਤਾਂ ਮੈਂ ਵੀ ਇਹ ਖਿਆਲ ਮੰਨਦਾ, ਤੇ ਸਤਿਗੁਰੂ ਦੀ ਬਾਣੀ ਨੇ ਇਹਦਾ ਖੰਡਨ ਕਰ ਦਿੱਤਾ। ਮਹਾਰਾਜ ਦੀ ਬਾਣੀ ਨੇ ਸਾਨੂੰ ਆਹ ਸਮਝਾਇਆ। ਜਿੰਨਾ ਚਿਰ ਵਿਚਾਰ ਨਹੀਂ ਕਰਾਂਗੇ ਉਹਨਾਂ ਚਿਰ ਸਾਡੇ ਮਨ ਦਾ ਸੁਭਾਅ, ਮਨ ਦੇ ਖਿਆਲ ਨਹੀਂ ਬਦਲਦੇ। ਇਸ ਕਰਕੇ ਕੀ ਹੁੰਦਾ, ਪੜ੍ਹਨ ਵਾਲੇ ਵੀ ਉਹ ਵਹਿਮ ਕਰੀ ਜਾਂਦੇ ਨੇ ਜੋ ਬਾਣੀ ਵਿੱਚ ਲਿਖੇ ਨੇ ਵੀ ਇਹ ਨਹੀਂ ਕਰਨਾ। ਜਿਨ੍ਹਾਂ ਬਾਰੇ ਬਾਣੀ ਨੇ ਅਵੇਅਰ ਕੀਤਾ ਨਾ ਵੀ ਇਹਨਾਂ ਭਰਮਾਂ ਵਿੱਚ ਨਹੀਂ ਭੁੱਲਣਾ, ਪੜ੍ਹਨ ਵਾਲਾ ਵੀ ਭੁੱਲਿਆ ਹੋਇਆ ਹੈ ਤੇ ਸੁਣਨ ਵਾਲਾ ਵੀ ਭੁੱਲੀ ਜਾਂਦਾ ਹੈ। ਕਿਉਂ? ਪੜ੍ਹਨ ਵਾਲਾ ਤੇ ਸੁਣਨ ਵਾਲਾ ਕੁਰਾਏ ਪੈ ਜਾਂਦੇ ਹਨ, ਜਦੋਂ ਕਿ ਮਹਾਰਾਜ ਦੀ ਬਾਣੀ ਕੁਰਾਏ ਪੈਣ ਤੋਂ ਰੋਕਦੀ ਹੈ, ਕਿਉਂਕਿ ਵਿਚਾਰ ਨਹੀਂ ਕੀਤਾ। ਆਪਣੇ ਮਨ ਦੇ ਪੱਧਰ ਉੱਤੇ ਮਨ ਨੂੰ ਸਮਝਾਉਣ ਦਾ, ਮਨ ਅੰਦਰ ਦੇ ਉਹ ਭਰਮ ਤਿਆਗਣ ਦਾ ਯਤਨ ਨਹੀਂ ਕੀਤਾ। ਸਤਿਗੁਰੂ ਦੇ ਉਪਦੇਸ਼ ਨੂੰ ਆਪਣੇ ਮਨ ਨਾਲ ਵਿਚਾਰ ਨਹੀਂ ਕੀਤਾ। ਇਸ ਨੂੰ ਕਿਹਾ ਹੈ ਗਿਆਨ ਜਪੋ। ਜਪੋ ਦਾ ਮਤਲਬ ਹੈ ਦ੍ਰਿੜ ਕਰੋ। ਐਸਾ ਗਿਆਨ ਜਪੋ ਮੇਰੇ ਮੀਤਾ। ਜਪੋ ਦਾ ਮਤਲਬ ਹੈ ਦ੍ਰਿੜ ਕਰੋ। ਐਸੀ ਗਿਆਨ ਦੀ ਉਪਦੇਸ਼, ਵਿਚਾਰ, ਐਸੇ ਵਿਵੇਕ ਨੂੰ, ਨਿਰਖ ਪਰਖ ਦੀ ਜਿਹੜੀ ਬੁੱਧੀ ਹੈ ਉਸ ਨੂੰ ਦ੍ਰਿੜ ਕਰ ਆਪਣੇ ਅੰਦਰ। ਵਿਵੇਕੀ ਬਣ, ਸਹੀ ਗਲਤ ਦੀ ਪਛਾਣ ਕਰ, ਵਿਸ਼ਵਾਸ ਤੇ ਅੰਧ ਵਿਸ਼ਵਾਸ ਦੇ ਵਿਚਕਾਰਲਾ ਫਰਕ ਸਮਝ, ਧਰਮ ਅਤੇ ਭਰਮ ਦੇ ਵਿਚਕਾਰਲਾ ਗੈਪ ਪਛਾਣ ਸਮਝ। ਉਹ ਜਿਹੜੀ ਨਿਰਖ ਪਰਖ ਕਰਦੀ ਹੈ, ਡਿਸਾਈਡ ਕਰਦੀ ਹੈ, ਦੋ ਚੀਜ਼ਾਂ ਨੂੰ ਅਲੱਗ-ਅਲੱਗ ਉਹ ਵਿਖਾਉਂਦੀ ਹੈ, ਪਾਪ ਕੀ ਹੈ, ਪੁੰਨ ਕੀ ਹੈ, ਸਹੀ ਕੀ ਹੈ, ਗਲਤ ਕੀ, ਉਹਨੂੰ ਵਿਵੇਕ ਹੈ। ਉਹ ਵਿਵੇਕ ਬੁੱਧ ਨੂੰ ਦ੍ਰਿੜ ਕਰ ਆਪਣੇ ਅੰਦਰ, ਵਿਵੇਕੀ ਗਿਆਨ ਨੂੰ ਆਪਣੇ ਅੰਦਰ ਪੱਕਿਆ ਕਰ ਤੇ ਵਿਚਾਰ ਕਰ। ਜਲ ਹੈ ਸੂਤਕ, ਥਲ ਹੈ ਸੂਤਕ। ਪਾਣੀ ਦੇ ਵਿੱਚ ਵੀ ਅਪਵਿੱਤਰਤਾ ਹੈ। ਕਿਤਨੇ ਜੀਵ ਪਾਣੀ ਵਿੱਚ ਪੈਦਾ ਹੁੰਦੇ ਅਤੇ ਖਤਮ ਹੁੰਦੇ ਹਨ। ਥਲ ਦਾ ਅਰਥ ਹੈ ਧਰਤੀ। ਧਰਤੀ ਦੇ ਉੱਤੇ ਕਿੰਨੇ ਜੀਵ ਪੈਦਾ ਹੁੰਦੇ ਨੇ, ਧਰਤੀ ਵਿੱਚ ਸਮਾ ਜਾਂਦੇ ਨੇ, ਜਿਹੜੇ ਸਾਨੂੰ ਵਿਖਾਈ ਵੀ ਨਹੀਂ ਦਿੰਦੇ, ਉੱਥੋਂ ਲੈ ਕੇ ਵੱਡੀ ਤੋਂ ਵੱਡੇ ਜੀਵਾਂ ਤੱਕ। ਸੂਤਕ ਓਪਤ ਹੋਈ, ਹਰ ਜਗ੍ਹਾ ਦੇ ਉੱਤੇ ਉਤਪਤੀ ਹੋ ਰਹੀ ਹੈ ਕਿਸੇ ਨਾ ਕਿਸੇ ਚੀਜ਼ ਦੀ, ਤੇ ਹਰ ਜਗ੍ਹਾ ਦੇ ਉੱਤੇ ਹੀ ਸੂਤਕ ਹੈ। ਤੇਰੇ ਹਿਸਾਬ ਦਾ ਜਿਹਨੂੰ ਤੂੰ ਕਹਿੰਦਾ ਹੈ ਨਾ ਸੂਤਕ ਆ, ਪਵਿੱਤਰਤਾ, ਉਹ ਤਾਂ ਹਰ ਜਗ੍ਹਾ ਹੀ ਹੈ। ਉਹ ਤੋਂ ਕੋਈ ਖਹਿੜਾ ਨਹੀਂ ਛੁਡਾ ਸਕਦਾ, ਉਸ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਜਨਮੇ ਸੂਤਕ ਮੂਏ ਫੁਨ ਸੂਤਕ। ਕਹਿੰਦੇ ਨੇ ਕਮਾਲ ਹੈ, ਜੀਵ ਜਨਮ ਲੈਂਦਾ ਹੈ ਤਾਂ ਵੀ ਇਹ ਆਖਦੇ ਨੇ ਅਪਵਿੱਤਰਤਾ ਇੰਨੇ ਦਿਨ, ਇੰਨਾ ਸਮਾਂ ਰਹਿੰਦੀ ਹੈ। ਕੋਈ ਮਨੁੱਖ, ਪ੍ਰਾਣੀ, ਕੋਈ ਜੀਵ ਚੜ੍ਹਾਈ ਕਰ ਜਾਏ ਤਾਂ ਵੀ ਕਹਿੰਦੇ ਨੇ ਇੰਨਾ ਸਮਾਂ ਅਪਵਿੱਤਰਤਾ ਰਹਿੰਦੀ ਹੈ। ਇੰਨਾ ਭਰਮ ਪੈਦਾ ਹੋਣ ਦੇ ਉੱਤੇ ਵੀ ਤੇ ਮਰਨ ਦੇ ਉੱਤੇ ਵੀ, ਦੋਨਾਂ ਚੀਜ਼ਾਂ ਉਹੀ ਮਨੁੱਖ ਹੁੰਦਾ। ਉਹ ਜਿਉਂਦਿਆਂ ਤੁਹਾਨੂੰ ਕਿੰਨੀ ਢੇਰ ਸਾਰੀ ਮਾਇਆ ਦੇ ਤੇ ਅਸੀਂ ਲੈ ਲੈਂਦੇ ਹਾਂ। ਅੱਛਾ, ਉਸ ਮਰੇ ਬੰਦੇ ਦੀ ਵੀ ਮਾਇਆ ਲੈ ਲੈਂਦੇ, ਐਸੀ ਨਹੀਂ ਗੱਲ। ਭਾਵੇਂ ਉਹਦੀ ਜੇਬ 'ਚ ਪਈ ਹੋਵੇ, ਕੱਢ ਲਈਦੀ ਹੈ ਵੀ ਇਹਨੇ ਹੁਣ ਕੀ ਕਰਨੀ ਹੈ। ਜਿੰਨੀਆਂ ਮਹਿੰਗੀਆਂ ਮਹਿੰਗੀਆਂ ਚੀਜ਼ਾਂ ਨੇ ਕੋਈ ਨਹੀਂ ਸੁੱਟਦਾ ਬਾਹਰ। ਜਿਹੜੀਆਂ ਸਸਤੀਆਂ ਯੂਜ਼ਲੈਸ ਚੀਜ਼ਾਂ ਨੇ ਉਹਨਾਂ ਦੇ ਵਿੱਚ ਭੂਤ ਵੜ ਜਾਂਦਾ। ਅਸੀਂ ਕਹਿੰਦੇ ਜੀ ਇਹ ਅਪਵਿੱਤਰ ਨੇ, ਇਹ ਨਹੀਂ ਰੱਖਣੀਆਂ ਘਰ।
ਇਹ ਡਰਾਉਂਦੀਆਂ ਨੇ। ਉਹਦੇ ਨਾਮ ਦੀ ਕੋਈ ਚੀਜ਼ ਜਿਹੜੀ ਹੈ ਨਾ, ਨਾਮ ਦੀ ਚੀਜ਼, ਉਹਦੇ ਨਾਂ ਦੇ ਉੱਤੇ ਕੋਈ ਥਾਲੀ, ਕੋਈ ਚਮਚਾ ਦੇ ਦੇ ਗੁਰਦੁਆਰੇ। ਬੜੀ ਦੁਨੀਆ ਵਹਿਮ ਕਰਦੀ ਵੀ ਇਸ ਥਾਲੀ 'ਚ ਨਹੀਂ ਖਾਣਾ, ਇਹ ਤਾਂ ਫਲਾਂ ਕਿਸੇ ਮਰੇ ਪ੍ਰਾਣੀ ਦੀ। ਅਜਬ ਅਜਬ ਕਿਸੇ ਨੇ ਸੰਸਾਰ ਦੇ ਅੰਦਰ ਲੋਕਾਂ ਦੇ ਮਨਾਂ ਵਿੱਚ, ਅਸੀਂ ਧਰਮ ਨੂੰ ਅਜੇ ਉਸ ਰੂਪ ਵਿੱਚ ਫਾਲੋ ਹੀ ਨਹੀਂ ਕੀਤਾ, ਗੁਰਮਤ ਨੂੰ ਅਜੇ ਅਸੀਂ ਸਤਿਗੁਰੂ ਸੱਚੇ ਪਾਤਸ਼ਾਹ ਦੇ ਉਪਦੇਸ਼ ਨੂੰ ਅਜੇ ਮਨ ਵਿੱਚ ਉਸ ਕਿਸਮ ਦੀ ਜਗ੍ਹਾ ਹੀ ਨਹੀਂ ਦਿੱਤੀ। ਇੰਨੇ ਭਰਮ, ਇੰਨੇ ਅੰਧ ਵਿਸ਼ਵਾਸ ਸਾਡੇ ਮਨਾਂ ਵਿੱਚ ਵਸੇ। ਗਰੀਬ ਨਵਾਜ ਪਾਤਸ਼ਾਹ ਜੀ ਫਰਮਾ ਰਹੇ, ਇਹ ਭਾਈ ਤੁਸੀਂ ਜਨਮ ਉੱਤੇ ਵੀ ਅਪਵਿੱਤਰਤਾ ਮੰਨੀ ਜਾਂਦੇ ਹੋ, ਮਰਨ ਉੱਤੇ ਵੀ ਮੰਨੀ ਜਾਂਦੇ ਹੋ। ਸੂਤਕ ਪਰਜ ਵਿਗੋਈ, ਪਰਜਾ ਦਾ ਮਤਲਬ ਲੋਕਾਈ, ਸਮਾਜ। ਵਿਗੋਈ ਦਾ ਅਰਥ ਹੈ ਖੁਆਰ ਹੋ ਰਿਹਾ ਹੈ। ਇਹ ਅਪਵਿੱਤਰਤਾ ਦੇ ਉਲਝਣ ਵਿੱਚ ਪੈ ਕੇ ਨਾ ਬਹੁਤ ਖੁਆਰ ਹੋ ਰਿਹਾ, ਖੱਜਲ ਹੋ ਰਿਹਾ, ਭਰਮਾਂ ਤੇ ਵਹਿਮਾਂ ਵਿੱਚ ਭੁੱਲਿਆ ਹੋਇਆ, ਵਹਿਮ ਕਰਦਾ। ਮਨ ਅੰਦਰ ਕਈ ਤਰ੍ਹਾਂ ਦੇ ਸ਼ੱਕ ਸ਼ੁਬੇ ਪਾਲਦਾ। ਇਸ ਨੂੰ ਫਿਰ ਹਰ ਚੀਜ਼ ਵਿੱਚ ਸ਼ੱਕ ਸ਼ੁਬਾ ਪੈਦਾ ਹੋ ਕੇ ਵਿਖਾਈ ਦਿੰਦਾ। ਅੰਦਰੋਂ ਡਿਸਟਰਬ ਹੁੰਦਾ ਹੈ ਫਿਰ ਇਹਨਾਂ ਚੀਜ਼ਾਂ ਨੂੰ ਲੈ ਕੇ, ਕਿਉਂਕਿ ਭਰਮ ਪੈ ਗਿਆ, ਵਹਿਮ ਪੈ ਗਿਆ, ਤੇ ਵਹਿਮ ਨੇ ਤੁਹਾਨੂੰ ਅੰਦਰੋਂ ਡਿਸਟਰਬ ਕਰੀ ਰੱਖਣਾ। ਉਹਨੇ ਤੁਹਾਨੂੰ ਜਦੋਂ ਤੁਹਾਡਾ ਅੰਦਰ ਡਿਸਟਰਬ ਹੋ ਗਿਆ ਕਿਸੇ ਖਿਆਲ ਨੂੰ ਲੈ ਕੇ, ਫਿਰ ਤੁਸੀਂ ਉਹਦੇ ਉਪਾਅ ਕਰਨ ਤੁਰ ਪੈਂਦੇ ਹੋ। ਫਿਰ ਹੋਰ ਅੱਗੇ ਤੋਂ ਅੱਗੇ ਸਿਲਸਿਲਾ ਇਸੇ ਤਰ੍ਹਾਂ ਲਗਾਤਾਰ ਚੱਲਦਾ ਰਹਿੰਦਾ। ਗਰੀਬ ਨਵਾਜ ਕਹਿੰਦੇ ਨੇ, ਨੈਨੋ ਸੂਤਕ ਬੈਨੋ ਸੂਤਕ। ਨੈਣ ਦਾ ਅਰਥ ਹੈ ਅੱਖਾਂ ਦੇ ਨਾਲ। ਅੱਖਾਂ ਨਾਲ ਵੀ ਭਾਈ ਇਸ ਦਾ ਹਿਸਾਬ ਨਾਲ ਤਾਂ ਅੱਖਾਂ ਨਾਲ ਅਸੀਂ ਦੇਖਦੇ ਹਾਂ ਕਈ ਸੂਖਮ ਜੀਵ ਸਾਡੀਆਂ ਅੱਖਾਂ ਵਿੱਚ। ਬੋਲਣ ਨਾਲ, ਸਾਡੀ ਹਵਾ ਦੇ ਨਾਲ, ਸਾਹ ਦੇ ਨਾਲ ਕਈ ਜੀਵਾਂ ਦਾ ਘਾਤ ਵੀ ਹੁੰਦਾ ਹੈ। ਸੂਤਕ ਸ਼ਰਵਨੀ ਹੋਈ, ਕੰਨਾਂ ਨਾਲ ਸੁਣਦੇ ਹਾਂ, ਕੰਨਾਂ ਵਿੱਚ ਵੀ ਸੂਖਮ ਜੀਵ। ਸਾਰੀ ਬੋਡੀ ਸੈੱਲਾਂ ਦੀ ਬਣੀ ਹੋਈ, ਜੀਵਾਂ ਦੀ ਬਣੀ ਹੋਈ। ਇਸ ਵਾਸਤੇ ਕਹਿੰਦੇ ਨੇ, ਊਠਤ ਬੈਠਤ ਸੂਤਕ ਲਾਗੈ, ਸੂਤਕ ਪਰੈ ਰਸੋਈ। ਉੱਠਦਿਆਂ ਬਹਿੰਦਿਆਂ ਖੋਰੇ ਕਿੰਨੇ ਜੀਵਾਂ ਦਾ ਘਾਤ ਹੋ ਜਾ, ਤੁਰਦਿਆਂ ਬਹਿੰਦਿਆਂ ਕਿਰਿਆ ਕਰਦੇ ਹਾਂ। ਸਾਡੀ ਰਸੋਈ ਵਿੱਚ ਕਿੰਨੇ ਜੀਵ ਨੇ ਜਿਹੜੇ ਅਸੀਂ ਸਬਜ਼ੀ ਧਰਦੇ ਹਾਂ, ਬਣਾਉਂਦੇ ਹਾਂ। ਜੇਤੇ ਦਾਣੇ ਅੰਨ ਕੇ ਜੀਆਂ ਬਾਝ ਨਾ ਕੋਏ, ਮਹਾਰਾਜ ਨੇ ਬਾਣੀ ਵਿੱਚ ਕਿਹਾ, ਧੰਨ ਗੁਰੂ ਨਾਨਕ ਸਾਹਿਬ ਨੇ। ਆਪਾਂ ਹੁਣੇ ਵਿਚਾਰੇ ਕਿੰਨੇ ਜੀਵਾਂ ਦਾ ਘਾਤ ਹੁੰਦਾ। ਹਰ ਐਕਸ਼ਨ ਦੇ ਵਿੱਚ ਹੀ, ਹਰ ਕਿਰਿਆ ਦੇ ਵਿੱਚ ਹੀ ਜੰਮਣ ਤੇ ਮਰਨ ਦਾ ਡੂੰਘਾ ਭੇਤ ਤੇ ਸਿਲਸਿਲਾ ਲੁਕਿਆ ਹੋਇਆ। ਇਸ ਵਾਸਤੇ ਹਜ਼ੂਰ ਮਹਾਰਾਜ ਫਰਮਾਉਂਦੇ ਨੇ, ਸੂਤਕ ਪਰੈ ਰਸੋਈ। ਰਸੋਈ ਦਾ ਭਾਵ ਹੈ ਜਿੱਥੇ ਅਸੀਂ ਆਪਣਾ ਭੋਜਨ, ਪਕਵਾਨ, ਅਨਾਜ ਆਦਿਕ ਰੱਖਦੇ ਹਾਂ ਤੇ ਤਿਆਰ ਕਰਦੇ ਹਾਂ। ਅਖੀਰ ਦੇ ਉੱਤੇ ਫਰਮਾਉਂਦੇ ਨੇ, ਫਾਸਨ ਕੀ ਵਿਧ ਸਭ ਕੋ ਜਾਣੈ। ਹਰ ਕੋਈ ਫਸਣ ਦੀ ਵਿਧੀ ਤਾਂ ਜਾਣਦਾ ਹੈ, ਛੂਟਣ ਕੀ ਇੱਕ ਕੋਈ। ਵਹਿਮ ਤੇ ਭਰਮ, ਅੰਧ ਵਿਸ਼ਵਾਸ, ਇਹ ਤਿੰਨੇ ਐਸੀਆਂ ਚੀਜ਼ਾਂ ਨੇ, ਇਹਨਾਂ ਵਿੱਚ ਫਸਣਾ ਬਹੁਤ ਸੌਖਾ ਹੈ ਤੇ ਨਿਕਲਣਾ ਬੜਾ ਔਖਾ ਹੈ। ਵਿਚਾਰ ਕਰਕੇ ਕੋਈ ਨਹੀਂ ਫਸਦਾ ਇਹਨਾਂ 'ਚ, ਅੱਖਾਂ ਮੀਟ ਕੇ ਫਸਦਾ। ਕਿਸੇ ਨੇ ਕਿਹਾ ਐਵੇਂ ਕਰਿਆ ਕਰੋ, ਆਪਾਂ ਕਰ ਲੈਂਦੇ ਹਾਂ। ਵਿਚਾਰ ਕੌਣ ਕਰਦਾ? ਇਹਨਾਂ ਵਿੱਚ ਉਲਝਣ ਦੇ ਲਈ ਕੋਈ ਵਿਚਾਰ ਦੀ ਲੋੜ ਨਹੀਂ, ਤੇ ਨਿਕਲਣ ਵਾਸਤੇ ਤੁਹਾਨੂੰ ਆਪਣੇ ਅੰਦਰ ਵਿਵੇਕ, ਵਿਚਾਰ ਧਾਰਨ ਕਰਨਾ ਪਏਗਾ। ਇਸ ਕਰਕੇ ਛੂਟਣ ਕੀ ਇੱਕ, ਫਸਣ ਵਾਲੇ ਜ਼ਿਆਦਾ ਹੋ ਜਾਂਦੇ ਨੇ ਤੇ ਨਿਕਲਣ ਵਾਲਾ ਕੋਈ ਵਿਰਲਾ ਹੀ ਹੁੰਦਾ, ਕਿਉਂਕਿ ਵਿਵੇਕੀ ਤੇ ਵਿਚਾਰਵਾਨ ਵਿਰਲਾ ਮਨੁੱਖ ਹੁੰਦਾ। ਲਕੀਰ ਦਾ ਫਕੀਰ ਜ਼ਿਆਦਾ ਸਿਲਸਿਲਾ ਚੱਲਦਾ ਹੈ ਸਮਾਜ ਵਿੱਚ। ਇੱਕ ਨੇ ਕੀਤਾ, ਦੋ ਨੇ ਵੇਖਿਆ, ਚਾਰ ਨੇ ਵੀ ਕੀਤਾ, 6 ਨੇ ਵੇਖਿਆ, ਹੌਲੀ ਹੌਲੀ ਗਿਣਤੀ ਵੱਧ ਗਈ। ਉਸ ਭੀੜ ਤੋਂ ਵੱਖਰਾ ਹੋ ਕੇ ਕੋਈ ਵਿਰਲਾ ਤੁਰਦਾ। ਫਾਸਨ ਕੀ ਵਿਧ ਸਭ ਕੋ ਜਾਣੈ, ਛੂਟਣ ਕੀ ਇੱਕ ਕੋਈ ਇੱਕ ਵਿਰਲਾ ਹੀ, ਕੋਈ ਇੰਪੋਰਟੈਂਟ ਪਰਸਨ ਹੈ ਜਿਹੜਾ ਉਹ ਇਸ ਉਲਝਣ ਵਿੱਚੋਂ ਨਿਕਲ ਜਾਂਦਾ ਹੈ, ਇਸ ਭਰਮ ਤੋਂ ਮੁਕਤ ਹੋ ਜਾਂਦਾ ਹੈ। ਕਬੀਰ ਜੀ ਇਸੇ ਕਰਕੇ ਆਪਣੀ ਬਾਣੀ ਵਿੱਚ ਕਹਿੰਦੇ ਨੇ, ਜਿੰਨਾ ਚਿਰ ਮਨੁੱਖ ਆਪਣੇ ਮਨ ਨਾਲ ਗੁਰੂ ਉਪਦੇਸ਼ ਰਾਹੀਂ ਵਿਚਾਰ ਕਰਕੇ ਮਨ ਦੇ ਪੁਰਾਣੇ ਭਰਮਾਂ ਨੂੰ, ਵਹਿਮਾਂ ਨੂੰ ਤਿਆਗਣ ਦਾ ਆਪ ਯਤਨ ਨਹੀਂ ਕਰਦਾ, ਕੋਈ ਉਸ ਨੂੰ ਇਸ ਉਲਝਣ ਚੋਂ ਬਾਹਰ ਨਹੀਂ ਕੱਢ ਸਕਦਾ। ਅਸੀਂ ਸੁਣਦੇ ਵੀ ਬਹੁਤ ਹਾਂ ਵਹਿਮਾਂ ਭਰਮਾਂ ਬਾਰੇ, ਪੜ੍ਹਦੇ ਵੀ ਹਾਂ, ਪਰ ਉੱਥੇ ਹੀ ਫਸੇ ਰਹਿੰਦੇ ਹਾਂ। ਕਾਰਨ ਵਿਚਾਰਵਾਨ ਨਾ ਹੋਣਾ। ਫਿਰ ਜ਼ਿਆਦਾਤਰ ਲੋਕ ਇਸ ਭਰਮ ਵਿੱਚ ਰਹਿੰਦੇ। ਨਿੱਕੀ ਨਿੱਕੀ ਚੀਜ਼ ਉੱਤੇ ਉਹਨਾਂ ਨੂੰ ਵਹਿਮ ਪਿਆ ਰਹਿੰਦਾ। ਨਿੱਕੀ ਨਿੱਕੀ ਚੀਜ਼ ਉੱਤੇ ਉਹ ਹਰ ਚੀਜ਼ ਉਹਨਾਂ ਨੂੰ ਲੱਗਦਾ ਹੈ
ਵੀ ਇਹ ਸਾਡੀ ਜ਼ਿੰਦਗੀ ਦੇ ਮਸਲਿਆਂ ਦਾ ਹੱਲ ਇਹਨਾਂ ਵਹਿਮਾਂ ਭਰਮਾਂ ਦੇ ਰਾਹ ਤੇ ਚੱਲਣਾ। ਉਹ ਨਹੀਂ ਜਾਣਦੇ ਵੀ ਇਹਦੇ ਨਾਲ ਤਾਂ ਉਲਝਣਾਂ ਵਧੀ ਜਾਂਦੀਆਂ ਨੇ। ਮੈਂਟਲੀ ਪ੍ਰੈਸ਼ਰਾਈਜ਼ਰ ਹੋਈ ਜਾਂਦੇ ਹਾਂ ਅਸੀਂ, ਇੱਕ ਜਾਲ ਬੁਣ ਕੇ ਉਹਦੇ ਵਿੱਚ ਫਸਦੇ ਰਹਿੰਦੇ ਹਾਂ ਹਰ ਵੇਲੇ। ਇਸ ਵਾਸਤੇ ਗਰੀਬ ਨਵਾਜ ਕਹਿੰਦੇ ਨੇ, ਫਾਸਨ ਕੀ ਬਿਧ ਸਭ ਕੋਊ ਜਾਣੈ, ਛੂਟਨ ਕੀ ਇੱਕ ਕੋਈ, ਕਹਿ ਕਬੀਰ ਰਾਮ ਹਿਰਦੈ ਵਿਚਾਰੈ, ਸੂਤਕ ਤਿਨੈ ਨਾ ਹੋਈ। ਰਾਮ ਦਾ ਅਰਥ ਹੈ ਸਰਵ ਵਿਆਪਕ ਵਾਹਿਗੁਰੂ। ਜਿਹੜਾ ਪਰਮੇਸ਼ਰ ਦੇ ਸਰਵ ਵਿਆਪਕ ਵਾਹਿਗੁਰੂ ਦੇ ਗੁਣਾਂ ਦੀ ਵਿਚਾਰ ਕਰਦਾ ਹੈ, ਪਰਮੇਸ਼ਰ ਦੇ ਹੁਕਮ ਨੂੰ ਸਮਝਦਾ ਹੈ, ਵਾਹਿਗੁਰੂ ਦੀ ਰਜ਼ਾ ਵਿੱਚ ਰਾਜ਼ੀ ਰਹਿੰਦਾ ਹੈ, ਉਹਦੇ ਭਾਣੇ ਨੂੰ ਮਿੱਠਾ ਕਰਕੇ ਮੰਨਦਾ ਹੈ, ਪਰਮੇਸ਼ਰ ਦੇ ਗੁਣਾਂ ਨਾਲ ਆਪਣੇ ਮਨ ਨੂੰ, ਆਪਣੀ ਸੁਰਤ ਨੂੰ ਅਗਿਆਨਤਾ ਦੇ ਘੋਰ ਹਨੇਰੇ ਚੋਂ ਬਾਹਰ ਕੱਢ ਲੈਂਦਾ ਹੈ। ਇੱਕ ਪ੍ਰੋਸੈਸ ਹੈ। ਰਾਮ ਹਿਰਦੈ ਵਿਚਾਰੈ, ਵਿਚਾਰ ਦਾ ਮਤਲਬ ਮਨ ਨਾਲ ਵਿਚਾਰ ਕਰਦਾ ਹੈ ਰੱਬੀ ਗੁਣਾਂ ਦੀ, ਪਰਮੇਸ਼ਰ ਦੇ ਨਾਮ ਦੀ, ਵਾਹਿਗੁਰੂ ਦੇ ਉਪਦੇਸ਼ ਦੀ, ਪਰਮੇਸ਼ਰ ਦੀ ਰਜ਼ਾ ਵਿੱਚ ਰਾਜ਼ੀ ਰਹਿਣ ਦੀ। ਸੂਤਕ ਤਿਨੈ ਨਾ ਹੋਈ, ਉਹਨਾਂ ਦੇ ਮਨ ਨੂੰ ਅਪਵਿੱਤਰਤਾ ਨਹੀਂ ਵਿਆਪਦੀ, ਉਹਨਾਂ ਦਾ ਮਨ ਅਪਵਿੱਤਰਤਾ ਤੋਂ ਰਹਿਤ ਹੋ ਜਾਂਦਾ ਹੈ। ਉਹ ਐਸੇ ਭਰਮਾਂ ਵਿੱਚੋਂ, ਵਹਿਮਾਂ ਤੇ ਅੰਧ ਵਿਸ਼ਵਾਸਾਂ ਤੋਂ ਉੱਪਰ ਉੱਠ ਜਾਂਦੇ ਹਨ। ਉਹਨਾਂ ਵਾਸਤੇ ਕੀ ਹੈ? ਜੰਮਣ ਮਰਨਾ ਹੁਕਮ ਹੈ, ਭਾਣੈ ਆਵੈ ਜਾਏ, ਖਾਣਾ ਪੀਣਾ ਪਵਿੱਤਰ ਹੈ, ਦੇਤੋਨ ਰਿਜ਼ਕ ਸੰਭਾਹੇ। ਸਤਿਗੁਰੂ ਆਖਦੇ ਨੇ, ਉਹਨਾਂ ਨੂੰ ਸਮਝ ਆ ਜਾਂਦੀ ਹੈ ਵੀ ਜੰਮਣਾ ਤੇ ਮਰਨਾ ਇਹ ਤਾਂ ਕੁਦਰਤੀ ਪ੍ਰਕਿਰਿਆ ਹੈ, ਇਹਦੇ ਨਾਲ ਕੋਈ ਅਪਵਿੱਤਰਤਾ ਦਾ ਕੋਈ ਸੰਬੰਧ ਨਹੀਂ ਹੈ। ਖਾਣਾ ਪੀਣਾ ਪਵਿੱਤਰ ਹੈ, ਦੇਤੋਨ ਰਿਜ਼ਕ ਸੰਭਾਹੇ। ਇਹ ਜੋ ਪ੍ਰੋਸੈਸ, ਜੋ ਕੁਦਰਤ ਦਾ ਨਿਯਮ ਹੈ, ਜੋ ਵਾਹਿਗੁਰੂ ਦੀ ਰਜ਼ਾ ਹੈ, ਜੋ ਪਰਮੇਸ਼ਰ ਦਾ ਹੁਕਮ ਹੈ, ਇਹ ਸਦੀਵ ਕਾਲ ਸੱਚ ਹੈ। ਸਾਡੇ ਭਰਮ, ਸਾਡੇ ਅੰਦਰ ਦੇ ਵਹਿਮ ਵਾਹਿਗੁਰੂ ਦੀ ਕੁਦਰਤ ਨੂੰ ਬਦਲ ਨਹੀਂ ਸਕਦੇ। ਇਸ ਵਾਸਤੇ ਸੂਤਕ ਤਿਨੈ ਨਾ ਹੋਈ। ਗਰੀਬ ਨਵਾਜ ਕਿਰਪਾ ਕਰਨ, ਸ਼ਬਦ ਦਾ ਉਪਦੇਸ਼ ਸਾਡੇ ਮਨਾਂ ਵਿੱਚ ਵਸੇ, ਭੁੱਲ ਚੁੱਕ ਦੀ ਖਿਮਾ, ਫਤਿਹ ਸਾਂਝੀ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।